सोनिहाल केसरी विरासत ਵਿੱਚ ਇੱਕ ਵਾਰ ਫਿਰ ਤੁਹਾਡਾ ਹਾਰਦਿਕ ਸਵਾਗਤ। ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਸੰਧੂ। ਅੱਜ ਮੇਰੇ ਨਾਲ ਨੇ ਪ੍ਰਸਿੱਧ ਸਿੱਖ ਵਿਦਵਾਨ ਸਰਦਾਰ ਹਰਸਿਮਰਨ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ। ਤੁਹਾਡਾ ਬਹੁਤ ਬਹੁਤ ਹਾਰਦਿਕ ਸਵਾਗਤ ਜੀ। ਵਾਹਿਗੁਰੂ ਜੀ ਕੀ ਫਤਿਹ। ਤੋ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਕਿਸਾਨੀ ਸੰਘਰਸ਼ ਇਸ ਵੇਲੇ ਪੂਰੇ ਤਾਅ ਦੇ ਵਿੱਚ ਆ, ਪੂਰੀ ਤਰ੍ਹਾਂ ਮਗਿਆ ਹੋਇਆ। ਤੋ ਅਸੀਂ ਜਾਣਾਂਗੇ ਕਿ ਇਸ ਵੇਲੇ ਕਿਸਾਨ ਸੰਘਰਸ਼ ਜਿਹੜਾ ਕਿਸ ਮੋੜ 'ਤੇ ਖੜਾ ਔਰ ਉਹਨੂੰ ਇਹ ਕਿਸ ਤਰੀਕੇ ਨਾਲ ਦੇਖਦੇ ਨੇ। देखो एक गल तो बड़ी स्पष्ट है कि संघर्ष लंबा होता जा रहा है। गलबात के 5 दौर खत्म हो गए जी। जो 8 तरीक नूं गलबात हुई अमित शाह दे नाल जी जी, उन्होंने कहा सानूं प्रस्ताव भेजा, प्रस्ताव भेजे गए 9 तरीक रद्द हो गए। जिहड़ी मीटिंग 9 तरीक नूं होनी सी वो कैंसल हो गई। जी जी, लेकिन किसानों ने क्योंकि सरकार का रुख वेख लिया सी कि उन्होंने साडे वापस जो बिल वापस नहीं लैने, रद्द नहीं करने, उन्होंने प्रोग्राम दे जी होर संघर्ष तेज करना। एक पासे पंजाब चो होर लोग जा रहे हैं, जिवें कल ही 11-12 हज़ार ट्राली और 50,000 जो किसान होर चले गए। और उत्थे देखो जाके तुसीं जो वेखी दा कि चंगे डेरे ला लए ने। दूसरे पासे जो इन्होंने रद्द किए, सरकार भी अड़ गई हुई है भी असीं तां जो तुहानूं प्रस्ताव दिते ने अमेंडमेंट कर सकते हैं लेकिन बिल रद्द नहीं कर सकते। ये उन्हों की अपनी सोच है जी जी। ਹੁਣ ਉਸ ਦੇ ਵਿੱਚ ਜਿਹੜੀ ਲੇਟੈਸਟ ਅਪਡੇਟ ਹੈ ਕਿ ਉਹ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਭਾਰਤ ਨੇ ਕਹਿ ਦਿੱਤਾ ਹੈ ਕਿ ਅਸੀਂ ਰੱਦ ਨਹੀਂ ਕਰਨਾ। ਤੇ ਕਿਸਾਨੀ ਸੰਘਰਸ਼ ਪੰਜਾਬ ਚੋਂ ਨਿਕਲ ਕੇ ਹੁਣ ਹਿੰਦੁਸਤਾਨ ਦੇ ਵਿਹੜੇ ਚਲਾ ਗਿਆ। ਜੇ ਕਹਿ ਸਕਦਾ ਕਿ ਹਿੰਦੁਸਤਾਨ ਦਾ ਸੰਘਰਸ਼ ਬਣ ਗਿਆ ਜੀ। ਵੱਖ-ਵੱਖ ਸਟੇਟਾਂ ਭਾਵੇਂ ਨਾਰਥ ਸਟੇਟਾਂ ਜ਼ਿਆਦਾ ਵਿੱਚ ਦਿਖਾਉਂਦੇ। ਹੁਣ ਜਦੋਂ ਨਰਿੰਦਰ ਮੋਦੀ ਇਹ ਕਹਿੰਦਾ ਕਿ ਮੈਂ ਇਹ ਰੱਦ ਵਾਪਸ ਨਹੀਂ ਕਰਨੀ ਤੇ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਅਸੀਂ ਰੱਦ ਕਰਾ ਕੇ ਜਾਣਾ। ਅੱਛਾ, ਇਹ ਇੱਕ ਮੈਂ ਕਹਿੰਦਾ ਇਹ ਹੁਣ ਡੈਡਲੌਕ ਆ ਗਿਆ। ਅੱਛਾ, ਇੱਕ ਚੀਜ਼ ਦੱਸੋ, ਹੁਣ ਤਾਂ ਆ ਗਿਆ ਡੈਡਲੌਕ, ਲੇਕਿਨ ਪਹਿਲੇ ਜਿਹੜੇ ਜਿੱਦਣ ਸੰਘਰਸ਼ ਦੀ ਸ਼ੁਰੂਆਤ ਹੁੰਦੀ ਆ ਉਸ ਦਿਨ ਤਾਂ ਜੋ ਕਵਰੇਜ ਆਈ ਹੈ ਉਹਦੇ ਵਿੱਚ ਤਾਂ ਆਈਆਂ ਸੀ ਕਿ ਮੋਟੀਆਂ-ਮੋਟੀਆਂ ਗੱਲਾਂ ਕਿ MSP ਦੀ ਗੱਲ ਹੈ, ਜ਼ਮੀਨਾਂ ਜਿਹੜੀਆਂ ਉਹ ਨਾ ਕੰਪਨੀਆਂ ਖੋਲ੍ਹਣ ਉਹਦੀ ਗੱਲ ਹੈ, ਇਹ ਯਕੀਨੀ ਬਣਾਇਆ ਕਾਨੂੰਨ 'ਚ ਲਿਖ ਦਿੱਤਾ ਜਾਵੇ, ਇਹ ਮੰਗ ਸੀ। ਤੁਹਾਨੂੰ ਕੀ ਲੱਗਦਾ ਇਹ ਮੰਗ ਜਿਹੜੀ ਹੈ ਇਸ ਮੰਗ ਤੱਕ ਕਿਵੇਂ ਪਹੁੰਚ ਗਈ ਕਿ ਜੀ ਕਾਨੂੰਨ ਹੀ ਰੱਦ ਕਰ ਰਹੇ? ਦੇਖੋ, ਜਦੋਂ ਸਾਰੀਆਂ ਧਿਰਾਂ ਵਿੱਚ ਸ਼ਾਮਲ ਹੋਈਆਂ ਨਾ ਜੀ, ਇੱਕ ਤਾਂ ਪਹਿਲੀ ਗੱਲ ਇਹ ਹੈ ਕਿ ਕਿਸਾਨ ਜਥੇਬੰਦੀਆਂ ਦੇ ਵਿੱਚ 31-32 ਜਥੇਬੰਦੀਆਂ ਵਿੱਚ ਸ਼ਾਮਲ ਨੇ ਜੀ। ਉਹਨਾਂ ਦਾ ਸਾਂਝਾ ਕਾਜ਼ ਹੈ, ਭਾਵੇਂ ਛੋਟੀ ਕਿਸਾਨੀ ਹੈ, ਦਲਿਤ ਵਰਗ ਹੈ, 2 ਤੋਂ ਲੈ ਕੇ 10 ਕਿੱਲੇ ਤੱਕ ਜਿਹੜਾ ਕਿਸਾਨ ਉਹ ਹੈ, ਜਾਂ ਵੱਡੀ ਕਿਸਾਨੀ ਹੈ, ਸਾਰੇ ਪ੍ਰਭਾਵਿਤ ਨੇ। ਇਹ ਸੋਚਿਆ ਗਿਆ ਸੀਗਾ ਵੀ MSP ਜਿਹੜੀ ਉਹਦਾ ਲੀਗਲ ਰਾਈਟ ਕਰਾ ਲਿਆ ਜਾਵੇ ਜਾਂ ਜਿਹੜੀ ਸੋਧਾਂ ਕਰਾਈਆਂ ਜਾਣ। ਪਰ ਜਿਉਂ-ਜਿਉਂ ਇਹ ਕਿਸਾਨ ਸੰਘਰਸ਼ ਤੇਜ਼ ਹੋਇਆ, ਜਿਉਂ-ਜਿਉਂ ਕਿਸਾਨ ਸੰਘਰਸ਼ ਸਪੋਰਟ ਮਿਲੀ ਜਾਂ ਜਿਹੜੇ ਇੰਟੈਲੈਕਚੁਅਲ ਸੀਗੇ ਉਹਨਾਂ ਨੇ ਇਸ ਬਾਰੇ ਗੱਲਬਾਤ ਕੀਤੀ ਵੀ ਇਹਦੇ 'ਚ ਕੀ ਹੈਗਾ ਕੀ ਨਹੀਂ ਹੈਗਾ। ਕਿਉਂਕਿ ਪਿਛਲੇ 5-10 ਦਿਨ ਜਦੋਂ ਸ਼ੁਰੂ ਹੋਇਆ ਸੰਘਰਸ਼, 5-10 ਦਿਨ ਤਾਂ ਇਹਨੂੰ ਸਮਝਣ 'ਚ ਲੱਗ ਗਏ, ਜਵਾਬ ਦੇਣ 'ਚ ਲੱਗ ਗਏ। ਮੈਂ ਸਮਝਦਾ ਕਿਸਾਨਾਂ ਦੀ ਜਥੇਬੰਦੀ ਜਿਹੜੇ ਕਿਸਾਨ ਆਗੂ ਨੇ ਰਾਜੇਵਾਲ ਤੇ ਹੋਰ ਜਿਹੜੇ ਸਾਡੇ ਸੰਭੂ ਸਾਹਿਬ ਨੇ, ਜਸ਼ਨਪਾਲ ਨੇ, ਇਹਨਾਂ ਪਿੱਛੇ ਇੱਕ ਹੋਰ ਬ੍ਰਿਲੀਅੰਟ ਖੜਾ ਹੈ। ਅੱਛਾ, ਜਿਹੜਾ ਕਿ ਇਹਨਾਂ ਨੂੰ ਗਾਈਡ ਕਰ ਰਿਹਾ ਵੀ ਇਹਦੇ 'ਚ ਕਿਸਾਨੀ ਅੰਦੋਲਨ 'ਚ ਕੀ ਕਰਨਾ। ਹਾਂ, ਬਿਲਕੁਲ ਤੁਹਾਡਾ ਇਸ਼ਾਰਾ ਬਿਲਕੁਲ ਠੀਕ ਹੈ, ਕਿਉਂਕਿ ਹੁਣ ਤੱਕ ਜਿਹੜਾ ਕਿਸਾਨੀ ਸੰਘਰਸ਼ ਰਿਹਾ ਉਹ ਇਸ ਤਰੀਕੇ ਦਾ ਮੈਨੇਜ ਨਹੀਂ ਆਪਾਂ ਕਹਿ ਸਕਦੇ ਵੀ ਹੁੰਦਾ ਸੀਗਾ, ਕਿਉਂਕਿ ਉਹਦੇ 'ਚ ਅਲੱਗ ਤਰੀਕੇ ਦੀ ਜਿਹੜੀ ਰਣਨੀਤੀ ਕੰਮ ਕਰਦੀ ਸੀ। ਇਹਦੇ ਪਿੱਛੇ ਤੁਹਾਨੂੰ ਕੀ ਲੱਗਦਾ ਵੀ ਕਿਹੜਾ ਐਸਾ ਪਹਿਲਾਂ ਸੰਘਰਸ਼ ਹੁੰਦੇ ਨੇ ਸੰਧੂ ਸਾਹਿਬ, ਉਹ ਸੀਗਾ ਕੁਝ ਰਿਆਇਤਾਂ ਲੈਣ ਵਾਸਤੇ। ਅੱਛਾ, ਪੰਜਾਬ ਸਰਕਾਰ ਨਾਲ, ਕੇਂਦਰ ਸਰਕਾਰ ਨਾਲ ਪੇਚਾ ਨਹੀਂ ਸੀ ਪਿਆ ਇਹਨਾਂ ਦਾ। ਅੱਛਾ, ਪੰਜਾਬ ਸਰਕਾਰ ਕੋਲੋਂ ਕੋਈ ਮੰਡੀ ਵਸਤਾ ਵਾਸਤੇ ਜੋ ਹੋਰ ਕਰ ਲਿਆ। ਪਰ ਜਦੋਂ ਉਹਨੂੰ ਸਮਝ ਲੱਗੀ ਵੀ ਤਿੰਨੋਂ ਐਕਟ ਜਿਹੜੇ ਨੇ ਉਹ ਤਿੰਨੋਂ ਐਕਟ ਹੀ ਸਾਡੇ ਸਮੁੱਚੇ ਤੌਰ 'ਤੇ ਪੰਜਾਬ ਦੇ ਇਸ ਕਿਸਾਨੀ ਨੂੰ ਤੇ ਮੰਡੀਕਰਨ ਨੂੰ ਤਬਾਹ ਕਰ ਦੇਣਗੇ। ਕਿਉਂਕਿ ਇੱਕ ਡਰ ਇਹ ਹੈ ਕਿ ਇਤਿਹਾਸ ਇਹ ਦੱਸਦਾ ਕਿ ਜਿੱਥੇ ਕਾਰਪੋਰੇਟ ਸੈਕਟਰ ਜਿਹੜੀ ਕਾਰਪੋਰੇਟ ਸੈਕਟਰ ਪੂੰਜੀਵਾਦ, ਵੱਡੇ ਪੂੰਜੀਵਾਦ, ਉਹਨਾਂ 'ਚੋਂ ਚੁਣੇ ਹੋਏ ਅਬਾਨੀ ਡਾਨੀ ਦੀ ਤਰ੍ਹਾਂ ਦਾ ਹੇਡ ਫਿਗਰ ਬਣ ਗਏ। ਜਦੋਂ ਉਹ ਆਉਣਗੇ ਤਾਂ ਕਿਤੇ ਨਾ ਕਿਤੇ ਨੁਕਸਾਨ ਹੋਏਗਾ, ਕਿਉਂਕਿ ਉਹ ਨੁਕਸਾਨ ਉਹਨਾਂ ਦਾ ਤਾਂ ਆਪਰੇਟ ਕਰਾਉਣ ਵਾਸਤੇ ਤਾਂ ਨਹੀਂ ਆਏ ਨਾ ਜੀ, ਉਹ ਆਪਣੇ ਫਾਇਦਾ ਵਾਸਤੇ ਆਏ ਨੇ। ਕੇਂਦਰ ਸਰਕਾਰ ਚਾਹੁੰਦੀ ਹੈ, ਮਹਿਸੂਸ ਕਰਦੀ ਹੈ ਕਿ ਇਹ ਜਿਹੜੇ ਮਤਲਬ ਇੰਡਸਟਰੀਅਲਾਈਜੇਸ਼ਨ ਹੈ ਜਿਹੜਾ ਚੱਲਿਆ ਹੈ ਇਕਨੋਮਿਕ ਮਾਡਲ, ਉਹ 6 ਤੋਂ 7% ਤੱਕ ਸਿਰਫ ਉਹਦਾ ਉਹ ਦੇ ਸਕਦਾ ਇੰਪਲਾਇਮੈਂਟ। ਅੱਛਾ, ਗੱਲ ਜਦੋਂ ਕਰਦੇ ਜੀ ਆਪਾਂ ਅਡਾਨੀ ਤੇ ਅੰਬਾਨੀ ਦੀ, ਮੇਰੇ ਖਿਆਲ ਅੰਬਾਨੀ ਜਾਂ ਅਡਾਨੀ ਦੇ ਵਿੱਚੋਂ ਖੇਤੀ ਸੈਗਮੈਂਟ ਨਾਲ ਸੰਬੰਧਿਤ ਜਿਹੜੇ ਆ ਉਹ ਇਹਨਾਂ 'ਚ ਕੋਈ ਹੈਗਾ ਜਿਹੜਾ ਡਾਇਰੈਕਟਲੀ ਡੀਲ ਕਰਦਾ? ਮੈਂ ਹੋਰ ਕਾਰੋਬਾਰ ਸੁਣਿਆ। ਦੇਖੋ, ਉਹਨਾਂ ਕੋਲ ਬੜੇ ਬ੍ਰਿਲੀਅੰਟ ਬ੍ਰੇਨਸ ਨੇ।
ਜਦੋਂ ਇਹ ਪੋਸਟ ਕੋਵਿਡ ਆਇਆ ਨਾ, ਕਿਸੇ ਤਾਂ ਇਹ ਕੋਵਿਡ ਦਾ ਇੱਕ ਤਰ੍ਹਾਂ ਦਾ ਮੈਂ ਸਮਝਦਾ ਕਿ ਬਹਾਨਾ ਲੱਗਿਆ ਗਿਆ ਕਿ ਉਸ ਤੋਂ ਬਾਅਦ ਆਇਆ ਜਾ ਕੇ, ਲੇਕਿਨ ਇਹ ਜਿਹੜਾ 2000 ਸਾਲ ਤੋਂ ਚੱਲ ਰਿਹਾ ਹੈ, ਕਿਉਂਕਿ ਵਰਲਡ ਬੈਂਕ ਦੀਆਂ ਮਜਬੂਰੀਆਂ ਨੇ, ਸ਼ਰਤਾਂ ਨੇ, IMF ਦੀ ਸ਼ਰਤਾਂ ਨੇ, ਹੋਰ ਜਿਹੜੀਆਂ ਲੋਨ ਦਿੰਦੀਆਂ ਨੇ, ਤੁਸੀਂ ਵਾਪਸ ਕਿਵੇਂ ਕਰੋਗੇ, ਕਿਉਂਕਿ ਉੱਥੇ ਸਾਰਾ ਕੈਪੀਟਲਿਸਟ ਮਾਡਲ ਆਫ ਗਵਰਨੈਂਸ ਜਿਹੜਾ ਬੈਠਾ ਹੈ। ਹੁਣ ਮੇਰੀ ਗੱਲ ਇੱਥੇ ਜ਼ਰਾ ਇੱਕ ਮਿੰਟ ਹੋਰ ਲਓ। ਮੈਂ ਮਹਿਸੂਸ ਕਰਦਾ ਕਿ ਜਿਹੜਾ ਇਹ 2000 ਤੋਂ ਲੈ ਕੇ ਇਹ ਗੱਲ ਆਉਂਦੀਆਂ ਰਹੀਆਂ ਨਾ ਜੀ, ਇਹ ਪਿਛਲੇ ਕਾਫੀ ਸਮੇਂ ਤੋਂ ਚੱਲ ਰਿਹਾ ਵੀ ਇਹ ਜਿਹਾ ਮਾਡਲ ਲਿਆਂਦਾ ਜਾਵੇ। ਤੁਸੀਂ ਜਿਹੜਾ ਸਵਾਲ ਕੀਤਾ ਹੈ ਵੀ ਉਹ ਕਿਸਾਨ ਨਹੀਂ ਨੇ, ਪਰ ਉਹ ਦਿਮਾਗ ਤੇ ਔਰ ਬ੍ਰਿਲੀਅੰਟ ਬ੍ਰੇਨ ਹੈ ਨਾ, ਕਿਉਂਕਿ 12 ਲੱਖ ਕਰੋੜ ਰੁਪਏ ਦਾ ਬਿਜ਼ਨਸ ਹੈ ਇਹ ਕਿਸਾਨੀ ਧੰਦਾ। ਕਿਉਂਕਿ ਲੋਕ ਕੋਈ ਹੋਰ ਚੀਜ਼ ਖਰੀਦਣੀ ਹੈ, ਫਰਿੱਜ ਖਰੀਦਣਾ ਹੈ, ਕਾਰ ਖਰੀਦ, ਵੇਟ ਕਰ ਲੈਣਗੇ, ਲੇਕਿਨ ਖਾਣਾ ਨਹੀਂ ਵੇਟ ਕਰ ਸਕਦਾ ਜੀ। ਉਹ ਜਿਹੜੇ ਕਾਰਪੋਰੇਟ ਹਾਊਸ ਨਾ ਜੀ, ਉਹਨਾਂ ਨੇ ਪੈਸਾ ਕਮਾਉਣਾ ਜੀ, ਪੈਸਾ ਕਮਾ ਕੇ ਉਹਨੂੰ ਅੱਗੇ ਜਾਣਾ ਹੈ। ਸੋ ਉਹਨਾਂ ਨੂੰ ਪਤਾ ਲੱਗ ਗਿਆ ਕਿ ਕਿਸਾਨੀ ਜਿਹੜੀ ਹੈ ਉਹ ਪੈਸਾ ਦੇ ਸਕਦੀ ਨਹੀਂ ਜੀ। ਇੱਕ ਚੀਜ਼ ਦੱਸੋ ਨਹੀਂ, ਉਹ ਤਾਂ ਚਲੋ ਬਹੁਤ ਸਾਰੇ ਸਾਡੇ ਕਲਾਕਾਰ ਵੀ ਹੈ, ਹੋਰ ਵੀ ਜਿਹੜੇ ਲੋਕ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਇਹੀ ਚਰਚਾ ਚੱਲ ਰਹੀ ਹੈ ਕਿ ਉਹਨਾਂ ਨੂੰ ਆਪਣੇ ਕਾਰੋਬਾਰ ਨਾਲ ਜ਼ਿਆਦਾ ਮਤਲਬ ਹੈ, ਹਿੱਤਾਂ ਨਾਲ ਥੋੜ੍ਹਾ ਘੱਟ ਹੁੰਦਾ, ਕਿਉਂਕਿ ਕਿਸਾਨ ਜਿਹੜਾ ਉਹ ਕਿਸਾਨ ਸਭ ਤੋਂ ਵੱਧ ਜਿਹੜਾ ਉਹ ਟਾਰਗੇਟ ਬਣਦਾ, ਕਿਉਂਕਿ ਕਾਫੀ ਭੋਲਾ ਹੁੰਦਾ ਉਹ, ਔਰ ਉਹ ਜ਼ਿਆਦਾ ਦਿਖਾਵੇ ਦੇ ਉੱਤੇ ਵੀ ਵਿਸ਼ਵਾਸ ਕਰਦਾ। ਕਈ ਚੀਜ਼ਾਂ ਜਿਹੜੀਆਂ ਉਹਦੀਆਂ ਇਹ ਮਿਸ ਟੁੱਟ ਗਿਆ ਹੈ, ਕਿਸਾਨ ਭੋਲਾ ਹੈ। ਕਿਸਾਨ ਭੋਲਾ ਨਹੀਂ ਹੋ ਜੋ ਕੋਈ ਦੱਸਤਾ ਇਸ ਮੋਰਚੇ ਨੇ ਜਾਂ ਇਸ ਸੰਘਰਸ਼ ਨੇ। ਜਿਹੜੇ ਕਿਸਾਨਾਂ ਦੇ ਜਿਹੜੇ ਗੱਲ ਕਰਦੇ ਨੇ, ਉਹ ਦੇਖੋ ਪੰਜਾਬ ਦੇ ਵਿੱਚ ਜਦੋਂ ਇੱਕ ਵੰਗਾਰ ਪੈ ਗਈ ਵੀ ਪੰਜਾਬ ਦੀ ਕਿਸਾਨੀ ਖਤਰੇ 'ਚ ਹੈ, ਪੰਜਾਬ ਦਾ ਮਾਣ ਸਤਿਕਾਰ ਖਤਰੇ 'ਚ ਹੈ, ਤੇ ਮੈਂ ਸਮਝਦਾ ਕਿ ਕੋਵਿਡ ਨੇ ਜਿਹੜੇ ਸਾਰੇ ਗਾਇਕ ਵਗੈਰਾ ਸੀ ਉਹ ਵਿਹਲੇ ਕੀਤੇ ਹੋਏ ਸੀ, ਤੇ ਉਹਨਾਂ ਨੂੰ ਇੱਕ ਮੌਕਾ ਮਿਲਿਆ ਕਿ ਆਪਣੀਆਂ ਲਿਖਤਾਂ ਲੈ ਕੇ ਆਓ, ਗਾਓ, ਲੋਕਾਂ 'ਚ ਜਾਓ, ਤੇ ਆਪਣੀ ਹਰਮਨ ਪਿਆਰਤਾ ਵੀ ਦੇਖੋ ਹੁੰਦੀ ਹੈ, ਲੇਕਿਨ ਉਹਨਾਂ ਨੇ ਇੱਕ ਤਰ੍ਹਾਂ ਦਾ ਪੰਜਾਬ ਦੇ ਲੋਕਾਂ ਨੂੰ ਜਗਾਇਆ ਜ਼ਰੂਰ ਹੈ। ਇਹਦੇ 'ਚ ਉਹਨਾਂ ਦੀ ਕੰਟਰੀਬਿਊਸ਼ਨ ਹੈ। ਪਰ ਇੱਕ ਚੀਜ਼ ਸਰਦਾਰ ਜੀ, ਕਿਉਂਕਿ ਤੁਸੀਂ ਇੱਕ ਸਿੱਖ ਵਿਦਵਾਨ ਹੋ, ਸਿੱਖ ਫਿਲਾਸਫਰ ਹੋ, ਤੁਹਾਡੇ ਕੋਲ ਬਹੁਤ ਕੁਝ ਹੈ ਜਿਹੜਾ ਤੁਸੀਂ ਸਿੱਖੀ ਬਾਰੇ ਜਿਹੜਾ ਉਹ ਰੱਖਦੇ ਆ ਕਿ ਯੋਜਨਾ ਕਿਵੇਂ ਹੋਣੀ ਚਾਹੀਦੀ, ਕੀ ਹੋਣਾ ਚਾਹੀਦਾ। ਜਦੋਂ ਆਪਾਂ ਸਿੱਖੀ ਦੀ ਗੱਲ ਕਰਦੇ ਹਾਂ, ਸਿੱਖੀ ਫਲਸਫੇ ਦੀ ਗੱਲ ਕਰਦੇ ਹਾਂ, ਤੇ ਪਵਨ ਗੁਰੂ, ਪਾਣੀ ਪਿਤਾ, ਮਾਤਾ, ਧਰਤ ਮਹੱਤ ਦੀ ਗੱਲ ਹਮੇਸ਼ਾ ਆਉਂਦੀ ਹੈ। ਔਰ ਸਾਡਾ ਜਿਹੜਾ ਜ਼ਿਮੀਂਦਾਰ ਭਾਈਚਾਰਾ, ਇਹ ਵੀ ਜਿਹੜਾ ਇਸ ਸੈਗਮੈਂਟ ਨਾਲ ਜ਼ਿਆਦਾ ਜੁੜਿਆ ਹੋਇਆ, ਸਿੱਖੀ ਦੇ ਨਾਲ ਅਸੀਂ ਜੁੜੇ ਹਾਂ। ਪਰ ਉਸਦੇ ਬਾਵਜੂਦ ਜਿਵੇਂ ਤੁਸੀਂ ਅੱਜ ਕਾਰਪੋਰੇਟ ਦੀ ਗੱਲ ਕਰਦੇ ਆ, ਤੇ ਕਾਰਪੋਰੇਟ ਜਿਹੜਾ ਇੰਟਰਨੈਸ਼ਨਲ ਲੈਵਲ ਦੀ ਜਿਹੜੀ ਮੰਡੀ ਹੈ, ਜਿਹੜੇ ਕੌਮਾਂ ਹੈਗੀਆਂ, ਉਹ ਜਿਹੜੇ ਪੈਸਟੀਸਾਈਡ ਆ ਤੇ ਖਾਦਾਂ ਆ, ਹੋਰ ਆ, ਇਹ ਬਹੁਤ ਵੱਡੇ ਪੱਧਰ ਦੀਆਂ ਜਿਹੜੀਆਂ ਕੰਪਨੀਆਂ ਉਹ ਜੁੜੀਆਂ ਜਦੋਂ ਹਰੀ ਕ੍ਰਾਂਤੀ ਦੇ ਨਾਂ 'ਤੇ ਸਾਨੂੰ ਇਹ ਚੀਜ਼ਾਂ ਆਈਆਂ। ਔਰ ਸਾਨੂੰ ਇਹ ਵੀ ਪਤਾ ਕਿ ਉਹ ਕਿਤੇ ਨਾ ਕਿਤੇ ਸਾਡੇ ਲਈ ਵਾਤਾਵਰਣ ਵਾਸਤੇ ਵੀ ਨੁਕਸਾਨਦਾਇਕ ਹੈ, ਮਨੁੱਖੀ ਸਿਹਤ ਲਈ ਵੀ ਨੁਕਸਾਨਦਾਇਕ ਆ, ਔਰ ਕਿਸਾਨ ਦੀ ਆਰਥਿਕਤਾ ਲਈ ਵੀ ਨੁਕਸਾਨਦਾਇਕ ਹੈ। ਤੇ ਤੁਸੀਂ ਇਹਨੂੰ ਕਿਵੇਂ ਦੱਸਦਾ ਵੀ ਉਹਨਾਂ ਦੇ ਖਿਲਾਫ ਜਿਹੜੀਆਂ ਇਹ ਬੁਰਾਈਆਂ ਨੇ, ਜਿਹਦੇ ਵਿੱਚ ਸਾਰਿਆਂ ਦਾ ਭਲਾ ਸੀ, ਉਹਦੇ ਵੱਲ ਨੂੰ ਕਿਉਂ ਨਹੀਂ ਕੋਈ ਲਹਿਰ ਉੱਠ ਪਾਈ, ਤੇ ਸਾਡਾ ਧਿਆਨ ਕਿਉਂ ਨਹੀਂ ਜਾ ਪਾਇਆ? ਹੁਣ ਧਿਆਨ ਜਿਹੜਾ ਕਿਸਾਨ ਅੰਦੋਲਨ ਦੇ ਨਾਲ ਦੇਖੋ, ਬਿੱਲਾਂ ਦਾ ਤਾਂ ਇੱਕ ਮੈਂ ਸਮਝਦਾ ਕਿ ਆਪਣਾ ਇੱਕ ਪਰਪੱਖ ਹੈ, ਉਹਦੇ ਨਾਲ ਜਿਹੜਾ ਕਿਸਾਨੀ ਨਾਲ ਜੁੜੇ ਹੋਰ ਖਤਰੇ ਨੇ ਨਾ ਜੀ, ਜੇ ਤੁਸੀਂ ਗੱਲ ਕਰ ਰਹੇ ਹੋ, ਠੀਕ ਹੈ, ਹਰੀ ਕ੍ਰਾਂਤੀ ਨੇ ਪੰਜਾਬ ਨੇ ਹਿੰਦੁਸਤਾਨ ਨੂੰ ਰਜਾਇਆ, ਅਨਾਜ ਦਿੱਤਾ, ਪਰ ਇਹਦੇ ਨਾਲ ਜੋ ਨੁਕਸਾਨ ਹੋ ਗਏ, ਸਾਡੀ ਜ਼ਮੀਨ ਦੀ ਤਸੀਰ ਬਦਲ ਗਈ, ਸਾਡੇ ਜਿਹੜਾ ਕਰਜ਼ੇ ਵੱਧ ਗਏ, ਸਾਡੀ ਖੁਦਕਸ਼ੀਆਂ ਵਧੀਆਂ, ਨਿਰਾਸ਼ਤਾ ਆਈ, ਉਹਦੇ ਨਾਲ ਮੈਂ ਸਮਝਦਾ ਕਿ ਜਿਹੜਾ ਸਾਰਾ ਵਰਲਡ ਪੱਧਰ ਦਾ ਇੱਕ ਸਿਨੈਰੀਓ ਹੈ ਇਹ, ਕਿ ਉਹਨਾਂ ਨੇ ਹਰ ਦੇਸ਼ ਦੇ ਵਿੱਚ ਜਿਹੜਾ ਪੂੰਜੀਪਤੀ ਹੈ, ਉਸ ਨੇ ਚਾਹੇ ਇੰਡਸਟਰੀ ਹੈ, ਚਾਹੇ ਉਹ ਸਰਵਿਸਿਜ਼ ਹੈ, ਚਾਹੇ ਕਿਸਾਨੀ ਹੈ, ਚਾਹੇ ਹੋਰ ਕੁਛ ਹੈ, ਉਸ ਨੂੰ ਆਪਣੇ ਗ੍ਰੈਬ 'ਚ ਲਿਆਉਣ ਦਾ ਯਤਨ ਕੀਤਾ। ਦੇਖੋ ਜਿਹੜੀ ਮੈਂ ਪਹਿਲਾਂ ਕਹਿ ਰਿਹਾ ਇੰਡਸਟਰੀਅਲਾਈਜੇਸ਼ਨ ਹੈ ਨਾ, ਜਿਹੜਾ ਪੂੰਜੀਪਤੀ ਹੈ ਉਸਨੇ ਆਪਾਂ ਕਾਰਖਾਨਾ ਚਲਾ ਕੇ ਰੱਖਣਾ ਹੈ, ਆਪਣੀ ਇੰਡਸਟਰੀ ਦਾ ਪਹੀਆ ਚੱਲਦਾ ਰੱਖਣਾ ਨਾ ਜੀ। ਉਹ ਚੱਲਦਾ ਰੱਖਣ ਵਾਸਤੇ ਚਾਹੇ ਖਾਦਾਂ ਦੀ ਉਪਜ ਕੀਤੀ ਗਈ ਹੈ, ਬਣਾਈ ਹੈਗੀ ਹੈ, ਚਾਹੇ ਉਹ ਪੈਸਟੀਸਾਈਡ ਕੀਤੀ ਗਈ ਹੈ, ਜਾਂ ਹੋਰ ਜੋ ਕੀਤਾ ਗਿਆ ਹੈ, ਉਹਨੇ ਵੇਚਣਾ ਹੈ, ਉਹਨੂੰ ਮਾਰਕੀਟ ਚਾਹੀਦੀ ਹੈ, ਕਿਸਾਨੀ ਮਾਰਕੀਟ ਮਿਲ ਗਈ ਉਹਨਾਂ ਨੂੰ, ਤੇ ਉਹ ਕਿਸਾਨ ਜਿਹੜੇ ਲਗਾਤਾਰ ਧੜਾਧੜ ਸਾਰਾ ਕੁਝ ਖਰੀਦੀ ਗਏ। ਇਹ ਤੁਹਾਨੂੰ ਮੈਂ ਇਹੀ ਤੁਹਾਡੇ ਕੋਲ ਜਾਣਨਾ ਚਾਹੁੰਦਾ ਕਿ ਜਿਸ ਵੇਲੇ ਸਾਨੂੰ ਪਤਾ ਕਿ ਇਹ ਨੁਕਸਾਨਦਾਇਕ ਨੇ ਚੀਜ਼ਾਂ, ਪਰ ਉਹਦੀ ਅਸੀਂ ਵਰਤੋਂ, ਇਹ ਮੰਨਿਆ ਜਾਂਦਾ ਕਿ ਪੰਜਾਬ ਦੇ ਵਿੱਚ ਉਹਦੀ ਦੁੱਗਣੀ ਵਰਤੋਂ ਹੋ ਰਹੀ ਹੈ ਪੈਸਟੀਸਾਈਡ ਦੀ। ਔਰ ਜਿੱਥੇ ਟਰੈਕਟਰਾਂ ਦੀ ਗੱਲ ਹੈ, ਮਸ਼ੀਨਰੀ ਦੀ ਗੱਲ ਹੁੰਦੀ, ਕਾਰਪੋਰੇਟਰ ਘਰਾਣੇ ਬਣਾ ਰਹੇ ਨੇ ਪਹਿਲਾਂ ਹੀ ਟਰੈਕਟਰ ਵੀ, ਔਰ ਦੱਸਦੇ ਨੇ ਕਿ ਜੇ 1 ਲੱਖ ਟਰੈਕਟਰ ਪੰਜਾਬ ਨੂੰ ਟੋਟਲ ਜ਼ਮੀਨ ਨੂੰ ਵਾਹੁਣ ਲਈ ਚਾਹੀਦੇ ਨੇ, 5 ਏਕੜ ਤੋਂ ਘੱਟ ਨੂੰ 12 ਨਹੀਂ ਖਾਂਦਾ ਇੱਕ ਟਰੈਕਟਰ, ਲੇਕਿਨ ਸਾਡੇ ਉਸ ਤੋਂ 5 ਗੁਣਾ ਟਰੈਕਟਰ ਨੇ। ਅਸੀਂ ਦੇਖਾ ਦੇਖੀ ਚੀਜ਼ ਲੈਂਦੇ। ਅਗਰ ਅਸੀਂ ਇਹੋ ਜਿਹੇ ਰਣਨੀਤੀ ਪੰਜਾਬੀ ਜਿਹੜੀ ਆ ਅਪਣਾਉਂਦੇ ਆ, ਜੇ ਖਾਸ ਤੌਰ 'ਤੇ ਸਾਡਾ ਜਿਹੜਾ ਪੇਂਡੂ ਭਾਈਚਾਰਾ, ਜੱਟ ਦੇ ਨਾਂ ਤੇ ਗਾਣੇ ਵੀ ਬਹੁਤ ਚੱਲੇ ਆ, ਜੱਟ ਭਾਈਚਾਰੇ ਚੱਲੇ ਆ, ਜੱਟ ਅਸਰਸ਼ਨ ਵੀ ਹੈ, ਜੱਟ ਜਿਹੜਾ ਆਪਣੀ ਗੌਰਵ ਲੈ ਕੇ ਤੁਰਿਆ ਹੈ, ਪਰ ਉਹ ਇੱਕ ਵੱਖਰਾ ਮੁੱਦਾ। ਪਰ ਮੈਂ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਜੀ, ਉਸ ਨਾਲ ਇਹ ਕੀ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਧੜਾ ਅਮੀਰ ਹੋਣ ਦੀ ਦੌੜ ਲੱਗੀ ਨਾ ਜੀ, ਉਹਦਾ ਨਿਰਾਸ਼ਤਾ ਵੀ ਆਈ। ਸਾਡੇ ਬੱਚਿਆਂ ਨੂੰ ਰੁਜ਼ਗਾਰ ਨਹੀਂ ਮਿਲੇ, ਉਹਨਾਂ ਦਾ ਜ਼ਮੀਨ 'ਚ ਕੰਮ ਕਰਨ ਦਾ ਮੂੰਹ ਮੋੜਿਆ ਗਿਆ, ਉਹਨਾਂ ਨੇ ਬਾਹਰਲੇ ਦੇਸ਼ਾਂ 'ਚ ਜਾ ਕੇ ਜਾਣਾ ਸ਼ੁਰੂ ਕਰ ਦਿੱਤਾ। ਦੇਖੋ, ਇਹ ਇੱਕ ਪਾਸੇ ਵੱਡੀ ਲੜਾਈ ਹੈ, ਜਿਸ 'ਚ ਪਹਿਲਾਂ ਤਾਂ ਕਿਸਾਨ ਟਰੈਪ ਹੋਇਆ, ਹਰੀ ਕ੍ਰਾਂਤੀ ਤੋਂ ਬਾਅਦ ਟਰੈਪ ਹੁੰਦਾ ਆ ਰਿਹਾ ਲਗਾਤਾਰ। ਅੱਜ ਦਾ ਕਿਸਾਨੀ ਅੰਦੋਲਨ ਦਾ ਇੱਕ ਸਾਈਡ ਇਫੈਕਟਸ ਨੇ, ਜਾਂ ਸਾਈਡ ਫਾਇਦੇ ਨੇ,
ਕਿ ਉਹਨਾਂ ਨੇ ਇਹਨਾਂ ਗੱਲਾਂ ਬਾਰੇ ਕਿਸਾਨ ਨੂੰ ਸੁਚੇਤ ਕੀਤਾ ਹੈ ਤੇ ਕਿਸਾਨ ਦਾ ਜੋ ਸੰਘਰਸ਼ ਦਾ ਜੋ ਨਤੀਜਾ ਨਿਕਲਦਾ ਹੈ, ਉਸ ਤੋਂ ਬਾਅਦ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਇੱਕ ਲਹਿਰ ਚੱਲਣੀ ਚਾਹੀਦੀ ਹੈ ਕਿ ਪੰਜਾਬ ਦਾ ਆਪਣਾ ਨਵਾਂ ਖੇਤੀ ਮਾਡਲ ਕੀ ਹੋਵੇ। ਇਸ ਬਾਰੇ ਬਹੁਤ ਵੱਡੀ ਵਿਚਾਰ ਕਰਨ ਦੀ ਲੋੜ ਹੈ ਕਿ ਆਪਣਾ ਖੇਤੀ ਮਾਡਲ ਕੀ ਹੈ। ਅਸੀਂ ਕਿਸਾਨ ਨੇ ਕਣਕ ਝੋਨੇ ਦੇ ਚੱਕਰ 'ਚੋਂ ਨਿਕਲ ਕੇ ਕਿਵੇਂ ਹੋਰ ਫਸਲਾਂ ਬੀਜਣੀਆਂ ਨੇ ਜਿਹਦਾ ਫਾਇਦਾ ਹੋ ਸਕੇ। ਮੈਂ ਸਮਝਦਾ ਕਿ ਜਿਹੜਾ ਕਿਸਾਨੀ ਅੰਦੋਲਨ ਹੈ ਨਾ ਜੀ, ਇਹਨੇ ਬੜਾ ਇੱਕ ਤਰ੍ਹਾਂ ਦਾ ਅੱਖਾਂ ਖੋਲ੍ਹੀਆਂ ਪੰਜਾਬ ਦੇ ਲੋਕਾਂ ਲੱਗਦਾ ਆ ਕਿ ਜਿਹੜੇ ਸਰਕਾਰ ਹੁਣ ਤੱਕ ਕਰੋੜਾਂ ਰੁਪਏ ਖਰਚ ਕੇ ਪ੍ਰਚਾਰ ਕਰਦੀ ਰਹੀ ਹੈ ਫਸਲੀ ਚੱਕਰ ਦਾ, ਤੇ ਉਹਦੇ ਬਾਰੇ ਵੀ ਹੁਣ ਕਿਸਾਨ ਕੋਈ ਹੁਣ ਸੋਚੇਗਾ ਤੇ ਪੈਸਟੀਸਾਈਡ ਜਿਹੜੀ ਮੈਂ ਗੱਲ ਮੁੱਦਾ ਉਭਾਰਿਆ ਰਿਹਾ ਉੱਤੇ ਵੀ ਗੱਲ ਹੁਣ ਵਿਚਾਰ ਆ ਸਕਦੀ ਹੈ। ਕਿਸਾਨ ਨੂੰ ਸਰਕਾਰਾਂ ਤੇ ਨਿਰਭਰ ਵੀ ਕਰਨਾ ਪੈਂਦਾ ਨਾ। ਸਰਕਾਰ ਜਿਵੇਂ MSP ਹੈ, ਉਹ ਕਿਸਾਨ ਜਿਹੜੀ ਕੇਂਦਰ ਸਰਕਾਰ ਹੈ ਉਹ ਨਿਯਤ ਕਰੇਗੀ ਤਾਂ ਵੇਚੇਗਾ ਨਾ ਅਸਲ ਪੰਜਾਬ ਦੇ ਵਿੱਚ। ਪਰ ਪੰਜਾਬ ਸਰਕਾਰ ਨੂੰ ਇਸ ਲਈ ਜਿਹੜਾ ਨਵਾਂ ਖੇਤੀ ਮਾਡਲ ਆਏਗਾ, ਜੋ ਨਵੀਆਂ ਚੇਂਜਿਸ ਆਉਣਗੀਆਂ, ਉਹ ਸਰਪ੍ਰਸਤੀ ਕਰਨੀ ਪਏਗੀ। ਜਿਹੜੀ ਸਰਕਾਰ ਸਰਪ੍ਰਸਤੀ ਕਰੇਗੀ ਔਰ ਕਿਸਾਨੀ ਦਾ ਨਵੇਂ ਮਾਡਲ ਸਾਲ 'ਚ ਯਤਨ ਕਰੇਗੀ, ਉਹ ਉਹਨਾਂ ਨੂੰ ਫਾਇਦਾ ਵੀ ਮਿਲੇਗਾ। ਅੱਛਾ, ਇੱਕ ਚੀਜ਼ ਦੱਸੋ, ਜਿਹੜੀ MSP ਦੀ ਮੰਗ ਹੈ ਇਹ ਸਭ ਤੋਂ ਜ਼ਿਆਦਾ ਜ਼ੋਰ ਨਾਲ ਪੰਜਾਬ ਦੇ ਵਿੱਚ ਹੀ ਉੱਠੀ ਹੈ। ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਇਸ ਮਾਨਸਿਕਤਾ 'ਚ ਕਿੱਦਾਂ ਜਗੜਿਆ ਗਿਆ ਕਿ ਅਸੀਂ ਸਰਕਾਰਾਂ 'ਤੇ ਡਿਪੈਂਡ ਹੋ ਜਾਈਏ? ਜਿਹੜਾ ਬਾਕੀ ਭਾਰਤ ਆ, ਜਿੱਦਾਂ ਫਸਲੀ ਵਿਭਿੰਨਤਾ ਦੀ ਗੱਲ ਹੈ, ਹੋਰ ਚੀਜ਼ਾਂ ਉਹਨੂੰ ਅਡੋਪਟ ਕਰ ਰਿਹਾ, ਉਹ ਆਪਣੇ ਏਰੀਏ ਦੇ ਹਿਸਾਬ ਨਾਲ ਦੇਖ ਰਿਹਾ ਕਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਬੀਜ ਰਿਹਾ। ਤੇ ਸਾਡਾ ਕਿਸਾਨ ਜਿਹੜਾ ਝੋਨੇ ਔਰ ਕਣਕ ਦੇ ਹੀ ਫਸਲੀ ਚੱਕਰ 'ਚ ਕਿਵੇਂ ਪੈ ਗਿਆ ਔਰ ਜ਼ਿਆਦਾ ਪੈਸਟੀਸਾਈਡ ਪਾਉਂਦਾ ਆ, ਉਹ ਲੋੜ ਤੋਂ ਜ਼ਿਆਦਾ ਪਾਉਂਦਾ ਜਾ ਰਿਹਾ, ਉਹਦੀ ਕੁਆਲਿਟੀ ਨਹੀਂ ਪੈਦਾ ਹੋ ਰਹੀ। ਔਰ ਜਿਹੜਾ ਬਾਹਰੋਂ ਆਪ ਕਣਕ ਖਰੀਦਦਾ, ਜਿਹੜਾ ਸਰਦਾ ਪੁੱਜਦਾ ਕਿਸਾਨ ਹੈ, ਜਿਹੜਾ 8-10 ਏਕੜ 20 ਏਕੜ ਦਾ ਕਿਸਾਨ ਹੈ, ਉਹ ਇੱਥੋਂ ਦੀ ਕਣਕ ਆਪਣੀ ਨਹੀਂ ਖਾਂਦਾ, ਜਾਂ ਉਹ ਕੀ ਕਰਦਾ ਅਲੱਗ ਬੀਜਦਾ, ਆਪਣੇ ਲਈ ਅਲੱਗ ਥੋੜ੍ਹਾ ਬੀਜ ਲੈਂਦਾ, ਨਹੀਂ ਤਾਂ ਔਰਗੈਨਿਕ ਕਹਿੰਦਾ, ਨਹੀਂ ਤਾਂ ਬਾਹਰੋਂ ਮੱਧ ਪ੍ਰਦੇਸ਼ ਤੋਂ ਔਰ ਰਾਜਸਥਾਨ ਤੋਂ ਜਿਹੜੀ ਕਣਕ ਹੈ 35 ਤੋਂ 45 ਰੁਪਏ ਕਿਲੋ, ਉਹ ਵੀ ਲੋਕ ਖਰੀਦਦੇ ਨਜ਼ਰ ਆ ਰਹੇ ਆ। ਤੁਹਾਨੂੰ ਕੀ ਲੱਗਦਾ ਇਹਨੂੰ ਕਿਵੇਂ ਦੇਖਦੇ? ਤੇ ਫਿਰ ਤੁਸੀਂ MSP ਦੀ ਗੱਲ ਕੀਤੀ ਨਾ, MSP ਦੀ ਜਿਹੜੀ ਸਰਕਾਰ ਨੇ ਇੱਕ ਵੇਟ ਦਿੱਤੀ, ਲਾਲਚ ਦਿੱਤਾ। ਦੇਖੋ 23 ਫਸਲਾਂ ਨੇ ਮੁੱਖ ਤੌਰ ਤੇ, ਤੇਲ, ਸਰੋਂ ਵਗੈਰਾ ਸਾਰੀਆਂ ਹੋਰ ਸਾਰੀਆਂ, ਉਹਨਾਂ ਤੇ MSP ਨਹੀਂ ਹੈ। ਪੰਜਾਬ ਇੱਕ ਐਸਾ ਖੇਤਰ ਹੈ ਜਾਂ ਇਹਦੇ ਨਾਲ ਜਿਹੜਾ ਜੋ ਹਰਿਆਣਾ ਤੇ ਹੋਰ ਜਿੱਥੇ MSP ਮਿਲ ਜਾਂਦੀ ਹੈ, ਪਰ ਜਿਹੜੀ ਦੂਜੀਆਂ ਸਟੇਟਸ ਨੇ ਨਾ ਜੀ, ਉੱਥੇ ਤਾਂ MSP ਮਿਲਦੀ ਨਹੀਂ। ਜੋ ਸਰਵੇ ਆਇਆ ਉਹ 'ਚ ਸਿਰਫ 6% ਕਿਸਾਨ ਜਿਹੜਾ ਹੈ ਨਾ, 6 ਤੋਂ ਲੈ ਕੇ 10% ਤੱਕ ਕਿਸਾਨ ਨੂੰ MSP ਮਿਲਦੀ ਹੈ। ਇਹ ਜਿਹੜੀਆਂ ਦੂਜੀਆਂ ਜਥੇਬੰਦੀਆਂ, ਤੁਹਾਨੂੰ ਕੀ ਲੱਗਦਾ ਵੀ MSP ਦੀ ਇੰਨੀ ਜ਼ਰੂਰਤ ਉਹਨਾਂ ਨੂੰ ਕਿਉਂ ਨਹੀਂ? ਉਹਨਾਂ ਦਾ ਪ੍ਰੋਡਕਟ ਮਹਿੰਗਾ ਕਿਉਂ ਵਿਕਦਾ? ਸਾਡਾ ਜਿਹੜਾ ਪੰਜਾਬੀ ਕਿਸਾਨਾਂ ਦਾ ਹੀ ਉਹਨੂੰ ਕਿਉਂ MSP ਦੀ ਜ਼ਰੂਰਤ ਪੈਂਦੀ ਹੈ? ਇਹ ਥੋੜ੍ਹਾ ਜਿਹਾ ਆਪਾਂ ਜਾਣਨਾ ਚਾਹੁੰਦੇ। ਨਹੀਂ, MSP ਤਾਂ ਉਹ ਇੱਕ ਤਰ੍ਹਾਂ ਦਾ ਕਿਸਾਨੀ ਅੰਦੋਲਨ MSP ਮਤਲਬ ਮਿਨੀਮਮ ਸਪੋਰਟ, ਉਹ ਮੈਂ ਕਹਿਣਾ ਜਿਹਨੂੰ ਕੋਈ ਨਹੀਂ ਖਰੀਦਦਾ ਚੱਲ ਉਹਨੂੰ ਅਸੀਂ ਇਸ ਭਾਅ ਤੇ ਖਰੀਦ ਲੈਣਾ, ਇਹੀ ਮਤਲਬ ਹੈ? ਨਹੀਂ, ਇਸ ਤਰ੍ਹਾਂ ਨਹੀਂ। ਸਰਕਾਰ ਇੱਕ ਨਿਯਤ ਰੇਟ ਫਿਕਸ ਕਰਦੀ ਹੈ, ਉਹਦੇ ਵਿੱਚ ਆੜ੍ਹਤੀਆਂ ਨੂੰ ਤੇ ਜਿਹੜੀ FCI ਹੈ ਉਸ ਨੂੰ ਉਸ ਰੇਟ ਤੇ ਲੈਣੀ ਪੈਂਦੀ ਹੈ। ਇਹ ਚੀਜ਼ ਜਿਹੜੀ ਹੈ ਹਰਿਆਣੇ, UP, ਬਿਹਾਰ ਦੇ ਪਿਛਲਾ ਹਿੱਸਾ ਜਿਹੜਾ ਉਹ 'ਚ ਨਹੀਂ ਹੈ, ਕਿਉਂਕਿ ਮੰਡੀਕਰਨ ਦੀ ਖਤਮ ਹੋ ਗਈ ਨਾ। ਜਿਹੜੀ APMSC ਹੈ, ਜਿਹੜਾ ਮੰਡੀਕਰਨ ਬੋਰਡ ਹੈ, ਮੰਡੀਆਂ ਚਲਾਉਂਦਾ ਹੈ, ਉੱਥੇ ਮੰਡੀਆਂ ਖਤਮ ਹੋ ਗਈਆਂ। ਉੱਥੇ ਕਿਸਾਨ ਨੂੰ ਕੋਈ ਪਤਾ ਨਹੀਂ ਮੇਰੀ ਫਸਲ ਕਿਹਨੇ ਲੈਣੀ ਹੈ, ਉੱਥੇ ਆੜ੍ਹਤੀ ਜਾ ਕੇ ਮਨ ਮਰਜ਼ੀ ਰੇਟ ਦਿੰਦੇ ਨੇ। ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਨਹੀਂ ਹੈ ਸਥਿਤੀ। ਪੰਜਾਬ ਦੇ ਵਿੱਚ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਹੈ ਉਹ ਤਾਂ ਉਸ ਤੋਂ ਅੱਗੇ ਖੜੇ ਨੇ ਨਾ ਜੀ। ਇਹ ਤਾਂ ਦੇਖੋ ਜਿਹੜੀ ਸਵਾਮੀਨਾਥਨ ਰਿਪੋਰਟ ਆਈ ਹੈ, ਸਵਾਮੀਨਾਥਨ ਰਿਪੋਰਟ ਇਹ ਕਹਿੰਦੀ ਹੈ ਕਿ ਜਿਹੜੀ ਕਿਸਾਨ ਦੀ ਆਪਣੀ ਇਨਪੁੱਟ ਹੈ, ਉਹਦੇ ਬੱਚੇ ਕੰਮ ਕਰਦੇ ਨੇ, ਵਾਈਫ ਕੰਮ ਕਰਦੀ ਹੈ, ਪੈਸਾ ਉਹਦੀ ਦਿਹਾੜੀ ਪਾਓ, ਮਜ਼ਦੂਰੀ ਪਾਓ, ਤਾਂ ਉਸ ਨੂੰ ਕਿਤੇ ਦਿਓ। ਅਗਰ ਸਵਾਮੀਨਾਥਨ ਰਿਪੋਰਟ ਮੰਨੀ ਜਾਵੇ ਨਾ, ਜਿਹੜੀ ਕਿ 2014 ਜਿਹਨੇ ਸਰਕਾਰ ਨੇ ਕਹੀ ਸੀ, ਤਾਂ ਕਣਕ ਦਾ ਮੁੱਲ 35 ਤੋਂ 40 ਰੁਪਏ ਤੱਕ ਲੈਣਾ ਪੈਂਦਾ। ਅੱਜ ਪਾਕਿਸਤਾਨ 'ਚ ਕਣਕ 60 ਰੁਪਏ ਕਿਲੋ ਹੈ, ਪੰਜਾਬ ਦੇ ਵਿੱਚ 20 ਰੁਪਏ ਕਿਲੋ ਹੈ। ਪਰ ਕਿਤੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਜਿਵੇਂ ਤੁਸੀਂ 35 ਤੋਂ 40 ਰੁਪਏ ਕਿਲੋ ਕਣਕ ਦੀ ਗੱਲ ਕੀਤੀ ਹੈ, ਆਪਾਂ ਮੱਧ ਪ੍ਰਦੇਸ਼ ਤੇ ਰਾਜਸਥਾਨ ਦੀ ਕਣਕ ਦੀ ਗੱਲ ਕਰ ਲਈ, ਉਹਨਾਂ ਤੋਂ ਮਿਲਦਾ ਆ, ਉਹਨਾਂ ਤੋਂ ਮਿਲ ਰਿਹਾ, ਦੇਖੋ ਇਸ ਕਰਕੇ ਉਹਨਾਂ ਦੀ ਮੰਗ ਨਹੀਂ ਹੈ। ਉੱਥੇ ਜ਼ਿਆਦਾਤਰ ਆਰਗੈਨਿਕ ਖੇਤੀ ਦਾ ਜ਼ਿਆਦਾ ਚੱਲ ਰਿਹਾ। ਇਹਦਾ ਮਤਲਬ ਗੱਲ ਅਸੀਂ ਉੱਥੇ ਆ ਗਏ ਨਾ, ਇਹਦਾ ਮਤਲਬ ਸਾਨੂੰ ਵੀ ਆਰਗੈਨਿਕ ਖੇਤੀ ਵੱਲ ਧਿਆਨ ਦੇਣਾ ਪਏਗਾ। 50 ਮੈਂ ਸਮਝਦਾ ਕਿ ਅੱਜ ਤੋਂ ਕਿਸਾਨੀ ਅੰਦੋਲਨ ਦਾ ਜੋ ਰਿਜ਼ਲਟ ਨਿਕਲੇ, ਪੰਜਾਬ ਦੇ ਕਿਸਾਨਾਂ ਨੂੰ ਇਮੀਡੀਏਟਲੀ 50% ਜਿਹੜੇ ਧਾਨ ਦੀ ਔਰ ਕਣਕ ਦੀ ਫਸਲ ਹੈ ਨਾ ਜੀ, ਉਹ ਬਿਜਲੀ ਬੰਦ ਕਰ ਦੇਣੀ ਚਾਹੀਦੀ ਹੈ, ਤਾਂ ਕਿ ਉੱਥੇ ਹੋਰ ਫਸਲਾਂ ਬੀਜੀਆਂ ਜਾਣ ਜਿਹਦੇ ਕਿ ਉਸ ਨੂੰ ਬਹੁਤ ਫਾਇਦਾ ਹੋਵੇ। ਇਹ ਜਿਹੜਾ ਝੋਨਾ ਦਾ ਚੱਕਰ ਹੈ ਨਾ ਜੀ, ਇਸ ਦਾ ਨੁਕਸਾਨ ਹੈ ਜੀ। ਕਿਸਾਨ ਕਹਿੰਦਾ ਕਿ ਮੈਨੂੰ MSP ਮਿਲ ਜਾਂਦੀ ਹੈ ਤੇ ਮੈਂ ਜਾ ਕੇ ਆੜ੍ਹਤੀ ਨੂੰ ਮਾਲ ਸਿੱਟ ਕੇ ਮੰਡੀ 'ਚ ਪੈਸੇ ਲੈ ਆਉਣਾ। ਲੇਕਿਨ ਇਹ ਜਿਹੜੀ ਕਿਸਾਨੀ ਅੰਦੋਲਨ ਦੀ ਆਪਾਂ ਗੱਲ ਕਰ ਰਹੇ ਹਾਂ ਨਾ ਜੀ, ਅਸੀਂ ਕਿਸਾਨੀ ਅੰਦੋਲਨ ਦੀ ਜਿਹੜੀ ਮੁੱਦਾ ਹੈ ਉਸ ਨੂੰ ਮੁੱਖ ਰੱਖ ਕੇ ਇਹ ਵੇਖੀਏ ਕਿ ਅੱਜ ਕਿਸਾਨੀ ਅੰਦੋਲਨ ਕਿਹੜੇ ਪਾਸੇ ਚੱਲ ਰਿਹਾ ਹੈ। MSP ਤਾਂ ਆਪਣਾ ਇੱਕ ਉਹਦਾ ਹਿੱਸਾ ਹੈ। ਕਿਹਾ ਸਰਕਾਰ ਨੇ ਕਿ ਅਸੀਂ ਲਿਖ ਕੇ ਦੇ ਦੇਣਾ। ਲਿਖ ਕੇ ਦੇਣਾ ਕੀ ਹੈ? ਉਹ ਹੁੰਦਾ ਕਿ ਜੇ ਮਤਲਬ ਤੂੰ ਮੇਰਾ ਵਿਸ਼ਵਾਸ ਨਹੀਂ ਕਰਦਾ, ਮਤਲਬ ਲਿਖ ਕੇ ਦੇ ਦੇਣਾ। ਜਦ ਤੱਕ ਉਹ ਵੀ ਕਾਨੂੰਨੀ ਮਾਨਤਾ ਨਹੀਂ ਮਿਲਦੀ, ਉਸ ਨੂੰ ਇੱਕ ਬਿੱਲ ਨਹੀਂ ਆਉਂਦਾ,
ਪਾਸ ਨਹੀਂ ਹੁੰਦਾ, ਉਦੋਂ ਤੱਕ ਉਹਨਾਂ ਦਾ ਲਿਖਿਆ ਵੀ ਕਿਸੇ ਕੰਮ ਦੀ। ਸੋ ਮੈਂ ਸਮਝਦਾ ਕਿ ਇਹਦਾ ਜਿਹੜਾ ਕਿਸਾਨੀ ਅੰਦੋਲਨ ਅੱਜ ਜਿਸ ਤਰੀਕੇ 'ਤੇ ਖੜਾ ਹੈ, ਜਿਸ ਤਰੀਕੇ 'ਤੇ ਇਹਨਾਂ ਦਾ ਜਿਸ ਤਰ੍ਹਾਂ ਇਹਨਾਂ ਦਾ ਡੈਡਲੋਕ ਆ ਗਿਆ, ਉਹ ਕਿਵੇਂ ਟੁੱਟੇਗਾ? ਕੀ ਪੰਜਾਬ ਦੇ ਔਰ ਹਿੰਦੁਸਤਾਨ ਦੇ ਜਿਹੜੇ ਕਿਸਾਨ ਨੇ, ਖਾਸ ਤੌਰ 'ਤੇ ਨਾਰਥ ਦੇ, ਉਹ ਕੋਈ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ? ਕਿਵੇਂ ਕਰਨਗੇ? ਕਿ ਇਹਦੇ 'ਚ ਵਾਇਲੈਂਸ ਤਾਂ ਨਹੀਂ ਆ ਜਾਏਗੀ? ਕਿ ਜਿਹੜੀਆਂ ਪੋਲੀਟੀਕਲ ਬੈਨੀਫਿਟ ਲੈਣ ਵਾਲੀ ਧਿਰਾਂ ਨੇ, ਕਿ ਉਹ ਪੋਲੀਟੀਕਲ ਬੈਨੀਫਿਟ ਲੈਣ ਵਾਸਤੇ ਤਾਂ ਨਹੀਂ ਚੱਲ ਰਹੀਆਂ? ਪੰਜਾਬ ਦੇ ਰਾਜੇਵਾਲ ਸਾਹਿਬ ਤੇ ਹੋਰ ਕਹਿੰਦੇ ਨੇ ਤੁਸੀਂ ਨੌਨ ਵਾਇਲੈਂਟ ਰੱਖੋ। ਜੇ ਕਿਤੇ ਦੂਜੇ ਪਾਸੇ ਜਿਹੜਾ ਜਾਦੀਆਬਾਦ ਤੋਂ ਉੱਪਰ ਵੈਸਟਰਨ ਯੂਪੀ ਜਿਹੜੇ ਕਿਸਾਨ ਬੈਠਾ ਹੈ, ਉਹ ਕਿਤੇ ਉਤੇਜਿਤ ਹੋ ਕੇ ਕਿਤੇ ਕੋਈ ਵਾਇਲੈਂਸ ਹੋ ਜਾਂਦੀ ਹੈ, ਤਾਂ ਦੇਖੋ ਇਸ ਵੇਲੇ ਵੀਕ ਲਿੰਕ ਲੱਭ ਰਹੀ ਹੈ ਸਰਕਾਰ, ਜਿਹੜੀ ਹੈ ਕਮਜ਼ੋਰ ਕੜੀਆਂ ਲੱਭ ਰਹੀ ਹੈ ਕਿਸਾਨੀ ਸੰਘਰਸ਼। ਕਮਜ਼ੋਰ ਕੜੀਆਂ ਦੇ ਵਿੱਚੋਂ ਇੱਕ ਕੜੀ ਉਹਨਾਂ ਦੇ ਹੱਥ ਆ ਗਈ, ਜਿਵੇਂ ਪਿੱਛੇ ਜਿਹਾ ਆਇਆ ਕਿ ਲੈਫਟਿਸਟ ਪਾਰਟੀਆਂ ਨੇ ਆਪਣੇ ਝੰਡੇ ਕੱਢ ਲਏ ਨੇ, ਆਪਣੇ ਉਹ ਖਾਲਦ ਉਮਰ ਵਗੈਰਾ ਦੀ ਜਿਹੜੀ ਰਿਹਾਈ ਦੀ ਗੱਲ ਕਰਨ ਲੱਗ ਪਏ ਨੇ। ਸਰਕਾਰ ਨੂੰ ਅਸੀਂ ਦਿੱਤਾ ਪਹਿਲਾਂ ਤਾਂ ਦੇਖੋ ਜਿੱਥੇ ਬੋਲੇ ਸੋਨੇ ਦਾ ਜਗਾਰਾ ਲੱਗਦਾ ਹੈ ਜਾਂ ਕੋਈ ਪੰਥ ਕੀ ਜੀਤ ਦਾ ਜਗਾਰਾ ਲੱਗਦਾ ਹੈ, ਪਹਿਲੇ ਖਾਲਿਸਤਾਨ ਹੈ, ਪਹਿਲੇ ਖਾਲਿਸਤਾਨ ਦੇ ਲੱਗ ਰਹੇ ਸੀ। ਹੁਣ ਉਸ ਤੋਂ ਹਟ ਕੇ ਨਾਲ ਜਦੋਂ ਇਹ ਆ ਗਏ ਤਾਂ ਉਹ ਕਹਿੰਦੇ ਨੇ ਵੀ ਇਹ ਤੁਸੀਂ ਮਾਰਕਸਿਸਟ ਆ ਗਏ ਵਿੱਚ। ਸੋ ਇਹ ਕਿਸਾਨ ਜਥੇਬੰਦੀਆਂ ਦੇ ਅੰਦਰਲੀ ਦੇਖੋ ਪੰਥਕ ਜਜ਼ਬਾ ਹੈ, ਪੰਜਾਬ ਦਾ ਜਜ਼ਬਾ ਹੈ ਜਿਹੜਾ ਬੋਲ ਰਿਹਾ ਹੈ, ਇਤਿਹਾਸ ਬੋਲ ਰਿਹਾ ਹੈ, ਸਾਡੀ ਜਿਹੜੀ ਵਿਰਾਸਤ ਬੋਲ ਰਹੀ ਹੈ। ਹੁਣ ਇਹਦੇ ਵਿੱਚ ਆਉਣ ਵਾਲੇ ਸਮੇਂ 'ਚ ਕਿਸਾਨੀ ਸੰਘਰਸ਼ ਦਾ ਜੋ ਵੀ ਰਿਜ਼ਲਟ ਨਿਕਲਦਾ ਹੈ, ਉਹਦਾ ਪੰਜਾਬ ਦੀ ਰਾਜਨੀਤੀ ਅਸਰ ਪਏਗਾ। ਅੱਛਾ, ਇੱਕ ਜ਼ਿਹਨ ਦੇ ਵਿੱਚ ਇੱਕ ਗੱਲ ਆ ਰਹੀ ਹੈ ਹਾਂਜੀ ਕਿ ਜਿਵੇਂ ਅੱਜ ਸਾਡਾ ਕਿਸਾਨ, ਕਿਉਂਕਿ ਤੁਹਾਡੇ ਨਾਲ ਤਾਂ ਗੱਲ ਕੀਤੀ, ਜਦੋਂ ਸਿੱਖੀ ਦੀ ਗੱਲ ਕਰਦੇ ਹਾਂ ਆਪਾਂ ਕਹਿੰਦੇ ਆਪਾਂ ਕੁਆਂਟੀਟੀ ਨਾਲੋਂ ਕੁਆਲਿਟੀ ਨੂੰ ਜ਼ੋਰ ਦਿੰਦੇ ਹਾਂ। ਅਗਰ ਅਸੀਂ ਉਸ ਕੁਆਂਟੀਟੀ ਤੇ ਕੁਆਲਿਟੀ ਵੱਲ ਆਉਣਾ ਹੋਵੇ, ਮਤਲਬ ਕਿ ਆਪਾਂ ਖਾਦਾਂ ਜ਼ਿਆਦਾ ਕੀੜੇ ਮਾਰ ਦਵਾਈਆਂ ਪਾਉਣੇ ਚਾਹੁੰਦੇ, ਉਹਦੇ ਘੱਟ ਉਪਜ ਬੇਸ਼ੱਕ ਹੋ ਜਾਏ, ਚੰਗੀ ਹੋ ਜਾਏ, ਉਹਦੇ ਵੱਲ ਆਉਣਾ ਹੋਵੇ, ਤੁਹਾਨੂੰ ਕੀ ਲੱਗਦਾ ਆਪਣੀ ਮੰਗ ਇਹ ਨਹੀਂ ਹੋਣੀ ਚਾਹੀਦੀ ਕਿ ਆਪਾਂ ਜੇ ਮੰਨ ਲਓ ਅੱਜ 1 ਏਕੜ 'ਚੋਂ 18 ਬੋਰੀਆਂ ਕਣਕ ਜਾਂ ਝੋਨਾ ਕੋਈ ਫਸਲ ਪੈਦਾ ਹੁੰਦੀ ਹੈ, ਅਗਰ ਅਸੀਂ ਪੈਸਟੀਸਾਈਡ ਵਰਤਣਾ ਬੰਦ ਕਰ ਦਿੰਦੇ ਹਾਂ, ਮਲਟੀਨੈਸ਼ਨਲ ਕੰਪਨੀਆਂ ਦੇ ਖਿਲਾਫ ਸਾਡਾ ਜਕਾਰਾ ਹੋਵੇ, ਜਿਵੇਂ ਤੁਸੀਂ ਕਹਿੰਦੇ ਆ ਕਿ ਬੀਜਣੀ ਬੰਦ ਕਰਦੀ ਹੈ ਫਸਲ, ਬੀਜਣੀ ਬੰਦ ਕਰਨ ਨਾਲੋਂ ਅਗਰ ਅਸੀਂ ਉਹਨੂੰ ਇਸ ਗੱਲ 'ਤੇ ਆ ਜਾਈਏ ਕਿ ਅਸੀਂ ਪੈਸਟੀਸਾਈਡ ਵਗੈਰਾ ਜਾਂ ਖਾਦਾਂ ਜਿਹੜੀਆਂ ਅਸੀਂ ਨਹੀਂ ਪਾਉਣੀਆਂ, ਅਸੀਂ ਉਹਦੀ ਮਾਤਰਾ ਘੱਟ ਜਾਣੀ ਹੈ। ਪਰ ਕੇਂਦਰ ਸਰਕਾਰ ਕੋਲ ਇਹ ਮੰਗ ਨਹੀਂ ਹੋ ਸਕਦੀ ਕਿ ਤੁਸੀਂ ਸਾਨੂੰ ਜਿਹੜੀ ਘਟੀ ਹੋਈ ਆ, ਮੰਨ ਲਓ ਅਸੀਂ 10 ਬੋਰੀਆਂ ਲੈਂਦੇ ਹਾਂ, 10 ਬੋਰੀਆਂ ਨੂੰ ਸਾਨੂੰ ਉਨੇ ਪੈਸੇ ਦੇ ਦਿਓ ਜਿੰਨਾ ਤੁਸੀਂ MSP ਤੇ 18 ਬੋਰੀਆਂ ਨੂੰ ਦਿੰਦੇ ਆ, ਸਾਨੂੰ ਸਾਡੀ ਕੀਮਤ ਨਹੀਂ ਵਧਾ। ਦੇਖੋ ਮੈਂ ਇਹਨੂੰ ਜਿਹੜੀ ਓਵਰਆਲ ਮੈਂ ਜਿਹੜੀ ਤੁਹਾਡੀ ਗੱਲ ਸਮਝੀ ਆ, ਓਵਰਆਲ ਜੋ ਦਾ ਹੱਲ ਹੈ ਨਾ ਜੀ, ਉਹ ਹੈ ਯੋਜਨਾਬੱਧ ਖੇਤੀ। ਯੋਜਨਾਬੱਧ, ਜੀ ਜੀ, ਪਲਾਨਡ ਖੇਤੀ, ਜੀ ਜੀ। ਜਿਵੇਂ ਦੇਖੋ ਯਹੂਦੀ ਕਰਦੇ ਨੇ, ਉਹਨਾਂ ਦੇ ਜਿਹੜੇ ਕਬੂਜ਼ ਬਣੇ ਹੋਏ ਨੇ ਜੀ, ਉਹ ਕਬੂਜ਼ ਦੇ ਵਿੱਚ ਸਾਰੇ ਫੈਸਲਾ ਕਰ ਦਿੰਦੇ ਕਿ ਫਲਾਂ ਨੇ ਕੀ ਬੀਜਣਾ ਹੈ, ਕਿੰਨਾ ਪ੍ਰੋਫਿਟ ਹੋਏਗਾ, ਕਿਹਦਾ ਇਹਦੀ ਮਾਰਕੀਟਿੰਗ ਕਿੱਥੇ ਹੋਏਗੀ, ਇਹਦੀ ਕਿੰਨੀ ਇਨਪੁੱਟ ਹੈ, ਕਿੰਨਾ ਆਊਟਪੁੱਟ ਨਿਕਲੇਗਾ। ਉਹ ਜਿਹੜੀ ਪਲਾਨ ਖੇਤੀ ਹੈ ਨਾ ਜੀ, ਉਹਦੇ ਵਿੱਚ ਕਿਸਾਨ ਨੂੰ ਖੁਦ ਫੈਸਲਾ ਕਰਨਾ ਪਏਗਾ ਕਿ ਮੈਂ ਆਪਣੀ ਕਣਕ ਜਿਹੜੀ ਜ਼ਮੀਨ, ਦੇਖੋ ਜ਼ਮੀਨ ਦੀ ਤਾਸੀਰ ਬਦਲ ਗਈ ਹੈ ਨਾ ਜੀ, ਤਾਸੀਰ ਮੰਗਦੀ ਹੈ ਕਿ ਤੁਸੀਂ ਖਾਦਾਂ ਪਾਓ, ਤਾਸੀਰ ਬਦਲਣੀ ਪਏਗੀ, ਆਰਗੈਨਿਕ ਖੇਤੀ ਵੱਲ ਮੁੜਨਾ ਪਏਗਾ, ਕਲੈਕਟਿਵ ਖੇਤੀ ਵੱਲ ਮੁੜਨਾ ਪਏਗਾ, ਸਹਿਕਾਰੀ ਖੇਤੀ ਵੱਲ ਮੁੜਨਾ ਪਏਗਾ, ਭਾਈ ਸਾਹਿਬ ਕਲਸਟਰ ਖੇਤੀ ਵੱਲ ਮੁੜਨਾ ਪਏਗਾ। ਯਾਨੀ ਕਿ ਬੜਾ ਵੱਡਾ ਇੱਕ ਮੇਰੇ ਕੋਲ ਮੈਂ ਬਣਾਇਆ ਹੋਇਆ ਜੀ, ਇੱਕ ਪੂਰਾ ਪਲਾਨ ਮੈਂ ਖੇਤੀ ਬਣਾਇਆ ਹੋਇਆ ਹੈ, ਇਹ ਆਉਣ ਵਾਲੇ ਸਮੇਂ 'ਚ ਮੈਂ ਦੇਵਾਂਗਾ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਕਿਸਾਨ ਜਥੇਬੰਦੀਆਂ ਦਾ ਜਾਂ ਕੇਂਦਰ ਸਰਕਾਰ ਨਾਲ ਜੋ ਇਸ ਵੇਲੇ ਝਗੜਾ ਚੱਲ ਰਿਹਾ ਹੈ, ਉਹਦੇ 'ਚ ਕੌਣ ਆਖਰੀ ਅੱਖ ਨੂੰ ਬਲਿੰਕ ਕਰਦਾ ਹੈ, ਅੰਗਰੇਜ਼ੀ ਕਹਿੰਦਾ ਹੂ ਬਲਿੰਕ ਦਾ ਆਈ, ਕਿ ਸਰਕਾਰ ਚੁੱਕਦੀ ਹੈ ਜਾਂ ਕਿਸਾਨੀ ਜਥੇਬੰਦੀਆਂ ਚੁੱਕਦੀਆਂ ਨੇ। ਇਹ ਜਿਹੜੀਆਂ ਗੱਲਾਂ ਨੇ ਇਹ ਉਹ ਸੈਕੰਡਰੀ ਨੇ ਜਿਹੜੀ ਤੁਸੀਂ ਗੱਲਾਂ ਕਰ, ਲੇਕਿਨ ਤੁਹਾਨੂੰ ਪਰ ਇਹ ਕਿਸਾਨੀ ਅੰਦੋਲਨ ਦੇ ਮੁੱਦੇ ਉਭਾਰੇ ਜ਼ਰੂਰ ਨੇ ਔਰ ਇਹਨਾਂ ਤੇ ਚਰਚਾ ਆਉਣ ਵਾਲੇ ਦਿਨਾਂ 'ਚ ਚਰਚਾ ਹੋਣੀ ਚਾਹੀਦੀ ਹੈ। ਮੈਂ ਮਹਿਸੂਸ ਕਰਦਾ ਕੇਂਦਰੀ ਜਿਹੜੀ ਤੁਹਾਡੀ ਵਿਰਾਸਤ ਕੇਂਦਰੀ ਵਿਰਾਸਤ ਚੈਨਲ ਹੈ, ਇਹ ਕਿਸੇ ਕੋਲ ਲੀਡ ਲਵੇ ਜੀ ਜੀ, ਕਿ ਕਿਸ ਢੰਗ ਦੇ ਨਾਲ ਅਸੀਂ ਪੰਜਾਬ ਦੇ ਲੋਕਾਂ ਨੂੰ ਇੱਕ ਨਵਾਂ ਖੇਤੀ ਮਾਡਲ ਤੇ ਕੰਮ ਕਰਨ ਵਾਸਤੇ ਪ੍ਰੇਰਿਤ ਕਰ ਸਕਦੇ ਹਾਂ, ਗਾਈਡ ਕਰ ਸਕਦੇ ਹਾਂ। ਔਰ ਕਿਸਾਨ ਜਥੇਬੰਦੀਆਂ ਦੇ ਵਿੱਚ ਨਵੇਂ ਜਿਹੜੇ ਆਗੂ ਆਉਣਗੇ, ਜਿਵੇਂ ਆ ਰਹੇ ਨੇ, ਨਵੀਂ ਰਾਜਨੀਤੀ ਆਏਗੀ ਪੰਜਾਬ ਦੀ, ਉਹਨਾਂ ਨੂੰ ਇਸ ਲਈ ਇੱਕ ਦੇਣਾ ਪਏਗਾ ਕਿ ਪੰਜਾਬ ਦਾ ਆਪਣਾ ਖੇਤੀ ਮਾਡਲ ਕੀ ਹੈ, ਅਸੀਂ ਪੰਜਾਬ ਦੀ ਖੇਤੀ ਨੂੰ ਕਿਵੇਂ ਬਚਾ ਸਕਦੇ ਹਾਂ, ਔਰ ਜਿਹੜਾ ਇੰਡੀਪੈਂਡੈਂਟ ਪੰਜਾਬ ਦਾ ਆਪਣਾ ਖੇਤੀ ਮਾਡਲ ਕੀ ਹੈ, ਵਿਕਾਸ ਮਾਡਲ ਕੀ ਹੈ, ਉਹਦੇ ਤੇ ਚਰਚਾ ਹੋਣੀ ਪਈ, ਉਹਦੇ ਵਰਕਆਊਟ ਹੁਣ ਸਾਰਿਆਂ ਨੂੰ ਰਲ ਮਿਲ ਕੇ ਕਰਨਾ ਪਵੇਗਾ। ਔਰ ਜਿਵੇਂ ਕਿ ਤੁਸੀਂ ਸੱਦਾ ਦਿੱਤਾ ਜੀ, ਅਸੀਂ ਪਹਿਲਾਂ ਤੁਹਾਨੂੰ ਹੀ ਸੱਦਾ ਦਿੰਦੇ ਹਾਂ ਇਸ ਗੱਲ ਦੇ ਉੱਤੇ ਕਿ ਅਸੀਂ ਅਗਰ ਸਾਡਾ ਖੇਤੀਬਾੜੀ ਦਾ, ਸਾਡੇ ਪੰਜਾਬ ਦਾ ਵਿਕਾਸ ਦਾ ਮਾਡਲ ਕੀ ਹੋਣਾ ਚਾਹੀਦਾ, ਖਾਸ ਤੌਰ 'ਤੇ ਕਿਉਂਕਿ ਖੇਤੀਬਾੜੀ 70% ਸਾਡਾ ਜਿਹੜਾ ਉਹ ਇਹਦੇ 'ਤੇ ਹੀ ਸਾਰਾ ਨਿਰਭਰ ਕਰਦਾ ਦੇਸ਼। ਸੋ ਆਪਾਂ ਖੇਤੀਬਾੜੀ ਦੇ ਉੱਤੇ ਜਿਹੜੀ ਆ ਵਿਚਾਰ ਚਰਚਾ, ਉਹ ਤੁਹਾਡਾ ਸੁਝਾਅ ਅਸੀਂ ਸਾਡੇ ਖੇਡ ਵੱਡਾ ਸਪੇਸ ਬਣੀ ਹੋਈ ਹੈ ਜੀ, ਸਪੇਸ ਬਣਾ ਲਈ ਹੈ ਜੀ, ਉਹਦੇ 'ਤੇ ਆਪਾਂ ਚਰਚਾ ਜਿਹੜੀ ਆ ਉਹ ਤੁਹਾਡੇ ਨਾਲ ਜਿਹੜੀ ਆ ਆਉਣ ਵਾਲੇ ਐਪੀਸੋਡ ਵਿੱਚ ਕਰਾਂਗੇ। ਔਰ ਅਸੀਂ ਦਰਸ਼ਕਾਂ ਨੂੰ ਬੇਨਤੀ ਕਰਦੇ ਹਾਂ ਕਿ ਸਰਦਾਰ ਹਰਸਿਮਰਨ ਸਿੰਘ ਵੱਲੋਂ ਜੋ ਸੁਝਾਅ ਦਿੱਤੇ ਜਾਣਗੇ ਕੀਮਤੀ, ਜੋ ਇਹਨਾਂ ਨੇ ਯੋਜਨਾ ਬਣਾਈ ਹੈ, ਜੋ ਇਹਨਾਂ ਨੇ ਲੰਬੇ ਸਮੇਂ ਤੋਂ ਇਹਦੇ 'ਤੇ ਕੰਮ ਕੀਤਾ ਹੈ ਕਿ ਸਾਡਾ ਪੰਜਾਬ ਦਾ ਵਿਕਾਸ ਮਾਡਲ ਕਿਵੇਂ ਬਣੇ, ਪੰਜਾਬ ਦੀ ਖੇਤੀਬਾੜੀ 'ਚ ਸੁਧਾਰ ਕਿਵੇਂ, ਉਹਨੂੰ ਕੀ ਸਾਨੂੰ ਕਰਨ ਦੀ ਲੋੜ ਹੈ। ਸਾਨੂੰ ਉਮੀਦ ਹੈ ਕਿ ਆਉਣ ਵਾਲੇ ਜਿਹੜੇ ਕੜੀਆਂ ਉਹਨਾਂ ਵਿੱਚ ਤੁਹਾਨੂੰ ਬਹੁਤ ਅੱਛੀਆਂ ਜਿਹੜੀਆਂ ਜਾਣਕਾਰੀਆਂ ਮਿਲਣਗੀਆਂ, ਔਰ ਅਸੀਂ ਇਹੀ
ਆਪ ਜੀ ਨੂੰ ਅਪੀਲ ਕਰਾਂਗੇ ਕਿ ਅਗਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਪੰਜਾਬ ਦਾ ਭਲਾ ਕਰ ਸਕੀਏ, ਸਾਰੇ ਰਲ ਮਿਲ ਕੇ ਕੁਛ ਚੰਗੀਆਂ ਵਿਚਾਰਾਂ ਜਿਹੜੀਆਂ ਉਹਨਾਂ ਨੂੰ ਅੱਗੇ ਉਭਾਰ ਕੇ ਲੈ ਆ ਸਕੀਏ, ਤਾਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਜਿਹੜੇ ਉਹ ਸਬਸਕ੍ਰਾਈਬ ਕਰ ਲਓ ਹੁਣੇ, ਔਰ ਇਹਨੂੰ ਵੱਧ ਤੋਂ ਵੱਧ ਸਾਡੀ ਜਿਹੜੀ ਵਿਚਾਰ ਚਰਚਾ ਉਹਨੂੰ ਸ਼ੇਅਰ ਕਰਨਾ। ਇੱਥੇ ਅਸੀਂ ਗੱਲਬਾਤ ਖਤਮ ਕਰਦੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕੀ ਫਤਿਹ। बोले सोनिहार।